ਸਾਡੇ ਨਾਲ ਭਾਜਪਾ ਦੇ ਨੇਤਾ ਨੇ ਰਣਦੀਪ ਸਿੰਘ ਦਿਓਲ ਨੇ ਜਿਹੜੇ ਜ਼ਿਲ੍ਹਾ ਸੰਗਰੂਰ ਤੋਂ ਭਾਜਪਾ ਦੇ ਸੰਗਰੂਰ ਦੇ ਪ੍ਰਧਾਨ ਨੇ। ਕਿਵੇਂ ਦੇਖਦੇ ਹੋ ਅੱਜ ਕਹਿ ਸਕਦੇ ਕਿਸਾਨਾਂ ਦੀ ਕਚਹਿਰੀ ਲੱਗਦੀ ਆ, ਹਰ ਛੋਟੀ ਤੋਂ ਛੋਟੀ ਜਿਹੜੀ ਪਾਰਟੀ ਉੱਥੇ ਮੌਜੂਦ ਹੁੰਦੀ ਹੈ, ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕਿ ਸਿਆਸੀ ਜਿਹੜੇ ਰੈਲੀਆਂ ਨੇ ਜਾਂ ਸਿਆਸੀ ਸਮਾਗਮ ਨਾ ਕੀਤੇ ਜਾਣ, ਪਰ ਭਾਜਪਾ ਨੂੰ ਨਾ ਸੱਦਿਆ ਗਿਆ। ਤਾਂ ਤੁਹਾਡਾ ਕੀ ਰੱਖਦਾ? देखो दो गल्लां ने जी ਇਹਦੇ ਵਿੱਚ। ਇੱਕ ਤਾਂ ਹੈ ਕਿਸਾਨਾਂ ਤੋਂ ਲਾਹਾ ਲੈਣਾ ਤੇ ਇੱਕ ਹੈ ਕਿਸਾਨਾਂ ਨੂੰ ਲਾਹਾ ਦੇਣਾ। ਜੋ ਭਾਜਪਾ ਹੈ ਉਹ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਦੇ ਕੰਮ ਕਰਦੀ ਆ ਰਹੀ ਹੈ, ਚਾਹੇ ਉਹ ਡਾਇਰੈਕਟ ਪੇਮੈਂਟ ਦੀ ਗੱਲ ਹੋਵੇ, ਚਾਹੇ ਉਹ 6000 ਰੁਪਇਆ ਦੇਣ ਦੀ ਗੱਲ ਹੋਵੇ, ਮਾਨ ਭੱਤਾ ਦੇਣ ਦੀ ਗੱਲ ਹੋਵੇ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ, ਚਾਹੇ ਉਹ MSP 2013 ਦੇ ਵਿੱਚ ਜਿੰਨੀ ਸੀ ਉਹ ਤੋਂ ਦੁੱਗਣੀ ਕਰਨ ਦੀ ਗੱਲ ਹੋਵੇ ਅੱਜ ਦੇ ਟਾਈਮ ਦੇ ਵਿੱਚ। ਤੇ ਮੈਂ ਸਮਝਦਾ ਵੀ ਅੱਜ ਭਾਜਪਾ ਨੂੰ ਨਾ ਬੁਲਾਉਣਾ ਕਿਤੇ ਨਾ ਕਿਤੇ ਮੰਦਭਾਗੀ ਗੱਲ ਹੈ। ਕਿਤੇ ਨਾ ਕਿਤੇ ਇਹ ਪ੍ਰਤੀਤ ਹੋ ਰਿਹਾ ਵੀ ਕਿਸਾਨ ਜਥੇਬੰਦੀਆਂ ਇਸ ਮਸਲੇ ਨੂੰ ਨਿਬੇੜਨਾ ਨਹੀਂ ਚਾਹੁੰਦੀਆਂ, ਕਿਉਂਕਿ ਪ੍ਰਧਾਨ ਮੰਤਰੀ ਜੀ ਵੱਲੋਂ, ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ, ਦੇਸ਼ ਦੇ ਖੇਤੀਬਾੜੀ ਮੰਤਰੀ ਵੱਲੋਂ ਕਈ ਵਾਰ ਪ੍ਰਸਤਾਵ ਭੇਜੇ ਗਏ ਨੇ ਕਿ ਤੁਸੀਂ ਆ ਕੇ ਗੱਲਬਾਤ ਕਰੋ। ਤੇ ਗੱਲਬਾਤ ਜੋ ਇੰਨੀ ਦੇਰ ਦੇ ਉੱਥੇ ਕਿਸਾਨ ਵੀਰ ਜੋ ਬੈਠੇ ਨੇ, ਆਮ ਪਰਿਵਾਰਾਂ ਦੇ ਵਿੱਚੋਂ ਲੋਕ ਗਏ ਹੋਏ ਨੇ, ਉਹਨਾਂ ਦਾ ਨੁਕਸਾਨ ਵੀ ਹੋ ਰਿਹਾ। ਉੱਥੇ ਕਾਫੀ ਘਰਾਂ ਦੇ ਵਿੱਚ 70 ਵੀ ਵਿਛੇ ਨੇ, ਇਹਦਾ ਸਾਨੂੰ ਬੜਾ ਦੁੱਖ ਹੈ। ਤੇ ਕਿਤੇ ਨਾ ਕਿਤੇ ਇਸ ਗੱਲ ਨੂੰ ਨਿਬੇੜਨਾ ਚਾਹੀਦਾ ਹੈ। ਅਗਰ ਇਸ ਗੱਲ ਨੂੰ ਨਿਬੇੜਨਾ ਹੈ ਤਾਂ ਆਪਾਂ ਨੂੰ ਦੂਸਰੀ ਧਿਰ ਦੇ ਨਾਲ ਬੈਠ ਕੇ ਕੋਈ ਨਾ ਕੋਈ ਗੱਲਬਾਤ ਕਰਨੀ ਪਊ, ਕੋਈ ਨਾ ਕੋਈ ਮੀਟਿੰਗ ਕਰਨੀ ਪਊ। ਜਦੋਂ ਤੁਸੀਂ ਮਸਲਾ ਨਿਬੇੜਨਾ ਤਾਂ ਤੁਹਾਨੂੰ ਦੂਸਰੀ ਧਿਰ ਦੇ ਨਾਲ ਹੀ ਬੈਠਣਾ ਪਊ। ਅਗਰ ਆਪਾਂ ਹੋਰ ਕੋਈ ਰਸਤੇ ਨੂੰ ਚੱਲਣਾ ਹੈ ਤਾਂ ਆਪਾਂ ਹੋਰ ਧਿਰਾਂ ਦੇ ਨਾਲ ਬੈਠ ਕੇ ਮੈਨੂੰ ਨਹੀਂ ਲੱਗਦਾ ਉਹਦੇ ਨਾਲ ਕੋਈ ਜ਼ਿਆਦਾ ਹਿੱਤ ਦੇ ਵਿੱਚ ਕੋਈ ਗੱਲ ਹੋਏਗੀ। ਤੁਹਾਨੂੰ ਨਹੀਂ ਲੱਗਦਾ ਕਿ ਇੰਨਾ ਲੰਮਾ ਸਮਾਂ ਅੰਦੋਲਨ ਚੱਲ ਚੁੱਕਿਆ ਹੈਗਾ, ਤੁਸੀਂ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਹੈਗੇ ਹੋ, ਤਾਂ ਕਿਸਾਨਾਂ ਨੂੰ BJP ਕਿਉਂ ਨਹੀਂ ਸਮਝਾ ਸਕੀ, ਕਿਉਂ ਨਹੀਂ ਇਹ ਸਭ ਕਰ ਰਹੀ? ਕਿਉਂਕਿ ਭਾਵੇਂ ਨਰਿੰਦਰ ਤੋਮਰ ਦਾ ਕੁਝ ਦਿਨ ਪਹਿਲਾਂ ਦਾ ਜਿਹੜਾ ਬਿਆਨ ਆ, ਉਹਨਾਂ ਨੇ ਕਿਹਾ ਕਿ 30 ਸਾਲ ਤੋਂ ਬਾਅਦ ਜਿਹੜੇ ਕਾਨੂੰਨ ਲੈ ਕੇ ਆਏ ਗਏ ਨੇ, ਬੜੀ ਮੁਸ਼ਕਿਲ ਦੇ ਨਾਲ ਇੱਕ ਕ੍ਰਾਂਤੀ ਆ ਰਹੀ ਹੈਗੀ, ਪਰ ਉਹ ਕ੍ਰਾਂਤੀ ਨੂੰ ਕਿਸਾਨ ਤਾਂ ਸਮਝ ਨਹੀਂ ਰਿਹਾ। ਕਿਸਾਨ ਸਵਾਲ ਖੜੇ ਕਰ ਰਿਹਾ। ਜਦੋਂ ਤੁਸੀਂ ਕੋਈ ਪ੍ਰੋਗਰਾਮ ਕਰਦੇ ਹੋ ਤਾਂ ਤੁਹਾਡਾ ਵਿਰੋਧ ਵੀ ਹੁੰਦਾ ਹੈਗਾ, ਤੁਹਾਡੇ ਵੱਡੇ ਲੀਡਰਾਂ ਦਾ ਵਿਰੋਧ ਵੀ। ਭਾਜਪਾ ਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਲੀਡਰ ਜਿਹੜਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ। ਨਹੀਂ, ਅੱਜ ਜੋ ਸੂਝਵਾਨ ਲੋਕ ਨੇ ਸਮਝ ਵੀ ਰਹੇ ਨੇ, ਕਿਉਂਕਿ ਪਿੱਛੇ ਤੁਸੀਂ ਦੇਖਿਆ ਹੋਣਾ ਵੀ ਜਦੋਂ CAA ਆਇਆ ਸੀ, ਬਿੱਲ ਆਇਆ ਸੀ, ਉਦੋਂ ਬੜਾ ਵਿਰੋਧ ਹੋਇਆ, ਲੋਕਾਂ ਨੇ ਵਿਰੋਧ ਕਰਿਆ ਜੀ, ਲੋਕਾਂ ਤੋਂ ਕਾਗਜ਼ ਚੈੱਕ ਕਰੇ ਜਾਣਗੇ, ਹੋਰ ਕਰਿਆ ਜਾਊਗਾ। ਅੱਜ CAA ਭਾਰਤ ਦੇ ਵਿੱਚ ਲਾਗੂ ਹੈ ਤੇ ਅੱਜ ਲੋਕਾਂ ਨੇ ਉਹਦੇ ਬੈਨੀਫਿਟ ਵੀ ਦੇਖਿਆ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕਾਂ ਨਾਲ ਧੱਕਾ ਹੋ ਰਿਹਾ ਸੀ, ਲੋਕ ਮਰਨ ਮਰਾਉਣ ਤੱਕ ਜਾ ਰਹੇ ਸੀ, ਉਹ ਦੇਸ਼ ਛੱਡਣਾ ਚਾਹੁੰਦੇ ਸੀ। ਅੱਜ ਕਿਤੇ ਨਾ ਕਿਤੇ ਜੋ ਮੋਦੀ ਸਰਕਾਰ ਵੱਲੋਂ CAA ਕਾਨੂੰਨ ਲੈ ਕੇ ਗਿਆ ਉਹ ਤੋਂ ਬੈਨੀਫਿਟ ਦੇ ਵਿੱਚ ਹੈ। ਲੋਕਾਂ ਨੇ ਉਦੋਂ ਵੀ ਬੜਾ ਰੌਲਾ ਪਾਇਆ, ਬੜੇ ਲੋਕ ਨਾਲ ਸੀ। ਉਦੋਂ ਵੀ ਸ਼ਾਇਦ ਤੁਸੀਂ ਇਹੀ ਗੱਲ ਕਹਿੰਦੇ ਵੀ ਅਸੀਂ ਸਮਝਾਉਣ ਦੇ ਵਿੱਚ ਕਿਤੇ ਨਾ ਕਿਤੇ ਨਾਕਾਮੀ ਸੀ, ਪਰ ਸਮੇਂ ਦੇ ਨਾਲ ਲੋਕਾਂ ਨੂੰ ਸਮਝ ਆ ਰਹੀ ਹੈ ਤੇ ਬਹੁਤ ਜਲਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਮੈਂ ਅੱਜ ਵੀ ਤੁਹਾਡੇ ਚੈਨਲ ਦੇ ਰਾਹੀਂ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਜਾ ਕੇ ਕਿਸਾਨਾਂ ਦੇ ਹਿੱਤ ਦੀ ਕੇਂਦਰ ਸਰਕਾਰ ਨਾਲ ਬੈਠਕ ਕਰੋ, ਮੀਟਿੰਗ ਕਰੋ, ਤਾਂ ਜੋ ਇਹਦਾ ਕੋਈ ਨਾ ਕੋਈ ਹੱਲ ਨਿਕਲ ਸਕੇ। ਜੋ ਇੰਨੇ ਲੰਬੇ ਸਮੇਂ ਤੋਂ ਸਾਡੇ ਪਰਿਵਾਰਾਂ ਦੇ, ਪਿੰਡਾਂ ਦੇ ਮੁੰਡੇ ਜਾਂ ਪਿੰਡਾਂ ਦੇ ਬਜ਼ੁਰਗ ਜਾਂ ਔਰਤਾਂ ਉੱਥੇ ਬੈਠੀਆਂ ਨੇ, ਉਹ ਆਪਦੇ ਘਰਾਂ ਨੂੰ, ਪਿੰਡਾਂ ਨੂੰ ਵਾਪਸ ਆਉਣ ਤੇ ਆਪਾਂ ਜੋ ਅਮਨ ਸ਼ਾਂਤੀ ਦੀ ਸਥਿਤੀ ਪੰਜਾਬ ਦੇ ਵਿੱਚ ਖਰਾਬ ਹੋ ਰਹੀ ਹੈ ਉਹਨੂੰ ਇੱਕ ਵਾਰ ਫਿਰ ਤੋਂ ਬਹਾਲ ਕਰ ਸਕੀਏ। ਪਰ ਤੁਹਾਨੂੰ ਨਹੀਂ ਲੱਗਦਾ, ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਤੁਹਾਡੇ ਵੀ ਜਿਹੜੇ ਨੇਤਾ ਨੇ ਉਹ ਉਰੇ ਆਉਂਦੇ ਨੇ ਜਾਂ ਤੁਸੀਂ ਗੱਲਬਾਤ ਕਰਦੇ ਹੋ, ਤੁਹਾਡੇ ਘਰ ਦੇ ਬਾਹਰ ਵੀ ਕਿਸਾਨ ਆ ਕੇ ਬਹਿ ਜਾਂਦੇ ਨੇ, ਕਿਸਾਨ ਇੱਥੋਂ ਤੱਕ ਐਲਾਨ ਕਰ ਦਿੰਦੇ ਨੇ ਕਿ ਦੂਜੀਆਂ ਪਾਰਟੀਆਂ ਨੂੰ ਅਸੀਂ ਉਲਝਣ ਦੇ ਵਿੱਚ ਨਹੀਂ ਪੈਣਾ, ਪਰ ਭਾਜਪਾ ਨੂੰ ਤਾਂ ਕੋਈ ਪ੍ਰੋਗਰਾਮ ਕਰਨ ਨਹੀਂ ਦੇਣਾ, ਭਾਵੇਂ ਅੱਧੀ ਰਾਤ ਨੂੰ ਹੀ ਕਿਉਂ ਨਾ ਕਰੇ, ਤਾਂ ਅੱਧੀ ਰਾਤ ਨੂੰ ਵੀ ਉਹਦਾ ਲਗਾਤਾਰ ਘਿਰਾਅ ਹੋਏਗਾ। ਤੁਹਾਡੇ ਘਰ ਦੇ ਬਾਹਰ ਵੀ ਕਈ ਘੰਟੇ ਕਿਸਾਨ ਜਿਹੜੇ ਬੈਠੇ ਰਹੇ ਨੇ, ਤਾਂ ਇਹ ਵੱਡਾ ਐਲਾਨ ਕਿਤੇ ਨਾ ਕਿਤੇ ਤੁਹਾਡੀ ਪਾਰਟੀ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਤੁਹਾਨੂੰ ਨੁਕਸਾਨ ਨਹੀਂ ਹੋ ਰਿਹਾ, ਕਿਉਂਕਿ ਇਲੈਕਸ਼ਨ ਪੰਜਾਬ ਦੇ ਵਿੱਚ ਸਿਰ 'ਤੇ ਨੇ। ਤੁਸੀਂ ਕਹਿ ਰਹੇ ਹੋ ਕਿ ਭਾਜਪਾ ਆਪਣੇ ਦਮ ਦੇ ਉੱਪਰ ਪੰਜਾਬ ਦੀ ਸਰਕਾਰ ਬਣਾਏਗੀ, ਇਸ ਤਰ੍ਹਾਂ ਸਰਕਾਰ ਕਿਵੇਂ ਬਣੇਗੀ? ਦੂਜੇ ਪਾਸੇ ਅਕਾਲੀ ਦਲ ਆਰੋਪ ਲਗਾ ਰਹੀ ਹੈ ਕਿ ਭਾਜਪਾ ਕਾਂਗਰਸ ਇਕੱਠੇ ਮਿਲ ਕੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੇ ਨੇ, ਤਾਂ ਜੋ ਰਾਸ਼ਟਰਪਤੀ ਰਾਜ ਦੇ ਵਿੱਚ ਜਿਹੜੇ ਭਾਜਪਾ ਨੂੰ ਬੈਨੀਫਿਟ ਮਿਲੇ, ਭਾਜਪਾ ਬੈਠੇ ਬੈਠੇ ਘਰੇ ਸਰਕਾਰ ਬਣਾ ਲੇ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਕਿਸਾਨਾਂ ਤੋਂ ਲਾਹਾ ਲੈਣ ਦੀ ਗੱਲ ਨਹੀਂ ਹੈ ਸਾਨੂੰ। ਅਸੀਂ ਕਦੇ ਵੀ ਵੋਟ ਬੈਂਕ ਦੀ ਰਾਜਨੀਤੀ ਨਹੀਂ ਕੀਤੀ। ਕੇਂਦਰ ਦੇ ਵਿੱਚ ਜਦੋਂ ਦੀ ਸਰਕਾਰ ਆਈ ਹੈ ਉਹਨੇ ਕਦੇ ਵੀ ਵੋਟ ਬੈਂਕ ਦੀ ਰਾਜਨੀਤੀ ਕੀਤੀ। ਅੱਜ ਵੀ ਅਸੀਂ ਇਹ ਨਹੀਂ ਕਹਿ ਰਹੇ ਵੀ ਹਾਂ ਅਸੀਂ 2022 ਦੇ ਵਿੱਚ ਕੋਈ ਲਾਹਾ ਲੈਣਾ, ਇਹਨਾਂ ਗੱਲਾਂ ਤੋਂ ਕੋਈ ਫਾਇਦਾ ਹੋਵੇ ਜਾਂ ਸਾਨੂੰ ਨੁਕਸਾਨ ਹੋਵੇ। ਅਸੀਂ ਹਮੇਸ਼ਾ ਤੋਂ ਪੱਖ ਦੀ ਗੱਲ ਕੀਤੀ ਹੈ, ਚਾਹੇ ਉਹ MSP ਦੁੱਗਣੀ ਕਰਨੀ ਹੈ ਜਾਂ ਲਗਾਤਾਰ ਸਿੱਧੀ ਖਾਤਿਆਂ ਦੇ ਵਿੱਚ ਦੇਣੀ ਹੈ ਜਾਂ ਹੋਰ ਵੀ ਬਹੁਤ ਸਾਰੇ ਬੈਨੀਫਿਟ ਦਿੱਤੇ ਗਏ ਨੇ ਕੇਂਦਰ ਸਰਕਾਰ ਵੱਲੋਂ, ਉਹ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹਿਣਗੇ। ਅਸੀਂ ਕਦੇ ਵੀ ਇਹ ਰਾਜਨੀਤੀ ਨਹੀਂ ਕੀਤੀ ਕਿ ਵੋਟਾਂ ਦੀ ਰਾਜਨੀਤੀ ਕਰਨੀ। ਦੂਸਰੀ ਗੱਲ, ਜਿਹੜਾ ਤੁਸੀਂ ਕਹਿੰਦੇ ਹੋ ਵੀ ਸਾਡਾ ਵਿਰੋਧ ਹੋਣਾ ਜਾਂ ਕਿਸੇ ਨੂੰ, ਅਗਰ ਕਿਸੇ ਦਾ ਇੱਕ ਪੱਖ ਸੁਣਿਆ ਨਹੀਂ ਜਾਊਗਾ
ਸਾਡੇ ਸੰਵਿਧਾਨ ਦੇ ਵਿੱਚ ਸਾਰੇ ਪੱਖ ਸੁਣੇ ਜਾਂਦੇ ਨੇ। ਅਗਰ ਕੋਰਟ ਦੇ ਵਿੱਚ ਵੀ ਜਾਂਦੇ ਆ ਤਾਂ ਬਚਾਅ ਪੱਖ ਨੂੰ ਵੀ ਸੁਣਿਆ ਜਾਂਦਾ, ਦੂਸਰੇ ਪੱਖ ਨੂੰ ਵੀ ਸੁਣਿਆ ਜਾਂਦਾ। ਅਗਰ ਇਹ ਕਹਿ ਦਿੱਤਾ ਜਾਵੇ ਵੀ ਇਹਨਾਂ ਨੂੰ ਤਾਂ ਬੋਲਣ ਹੀ ਨਹੀਂ ਦੇਣਾ, ਇਹਨਾਂ ਦਾ ਪੱਖ ਹੀ ਨਹੀਂ ਰੱਖਣ ਦੇਣਾ, ਇਹ ਕਿਤੇ ਨਾ ਕਿਤੇ ਲੋਕਤੰਤਰਿਕ ਨਹੀਂ ਹੈ, ਧੱਕਾ ਹੈ, ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਡਿਕਟੇਟਰਸ਼ਿਪ ਹੈ। ਇਹ ਡਿਕਟੇਟਰਸ਼ਿਪ ਪੰਜਾਬ ਦੇ ਵਿੱਚ ਲਾਗੂ ਨਾ ਹੋਵੇ ਤਾਂ ਅਮਨ ਕਾਨੂੰਨ ਤੇ ਸ਼ਾਂਤੀ ਪੰਜਾਬ ਦੇ ਵਿੱਚ ਰਹਿ ਸਕਦੀ ਹੈ। ਜੋ ਪਹਿਲਾਂ ਹਾਲਾਤ ਪੰਜਾਬ ਦੇ ਵਿੱਚ ਹੋਏ ਸੀ ਵੈਸੇ ਹਾਲਾਤ ਪੈਦਾ ਦੁਬਾਰਾ ਤੋਂ ਨਾ ਹੋ ਜਾਣ। ਮੇਰੀ ਤਾਂ ਹੀ ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਜਾਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉਹ ਜਾ ਕੇ ਕੇਂਦਰ ਨਾਲ ਗੱਲਬਾਤ ਕਰਨ, ਕਿਤੇ ਨਾ ਕਿਤੇ ਇਸ ਮਸਲੇ ਨੂੰ ਹੱਲ ਕਰਨ। ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਬਾਕੀ ਪਾਰਟੀਆਂ ਇਹ ਖਾਸਾ ਜਤਾ ਰਹੀਆਂ ਨੇ, ਕਿ ਤੁਹਾਨੂੰ ਵੀ ਲੱਗਦਾ ਕਿ ਜੇ ਇਸ ਤਰ੍ਹਾਂ ਰਿਹਾ ਤਾਂ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ, ਕਿ ਭਾਜਪਾ ਕਰ ਸਕਦੀ ਹੈ ਇੱਦਾਂ? ਨਹੀਂ, ਦੇਖੋ ਸਾਡੀ ਪਾਰਟੀ ਹਮੇਸ਼ਾ ਲੋਕਤੰਤਰ ਦੇ ਵਜੋਂ ਚੱਲਦੀ ਰਹੀ ਹੈ। ਅੱਜ ਵੀ ਅਸੀਂ ਲੋਕਤੰਤਰ ਦੀ ਦਿਖਾਈ ਦਿੰਦੇ ਹਾਂ ਵੀ ਸਾਨੂੰ ਵੀ ਆਪਣੇ ਪੱਖ ਰੱਖਣ ਦੀ ਸਾਨੂੰ ਵੀ ਆਪਣਾ ਪੱਖ ਰੱਖਣ ਵਾਸਤੇ ਕੋਈ ਨਾ ਕੋਈ ਮੌਕਾ ਦਿੱਤਾ ਜਾਵੇ, ਸਾਨੂੰ ਮੀਟਿੰਗਾਂ ਕਰਨ ਦਿੱਤੀਆਂ ਜਾਣ, ਉਹਨਾਂ ਨੂੰ ਰੋਕਿਆ ਜਾ ਰਿਹਾ। ਅਸੀਂ ਕਿਤੇ ਨਹੀਂ ਵੀ ਚਾਹੁੰਦੇ 13 ਦੌਰ ਦੀ ਕਈ ਦੌਰ ਦੀ ਮੀਟਿੰਗਾਂ ਲਗਾਤਾਰ ਤੁਹਾਡੇ ਵੱਡੇ ਲੀਡਰਾਂ ਨਾਲ ਦਿੱਲੀ ਦੇ ਵਿੱਚ ਹੁੰਦੀਆਂ ਰਹੀਆਂ, ਭਾਵੇਂ ਕਿ ਉਹ ਲੰਮੇ ਸਮੇਂ ਤੋਂ ਜਿਹੜੀਆਂ ਮੀਟਿੰਗਾਂ ਟੁੱਟੀਆਂ ਹੋਈਆਂ ਨੇ, ਗੱਲਬਾਤ ਟੁੱਟੀ ਹੋਈ ਹੈਗੀ। ਨਹੀਂ, ਬਿਲਕੁਲ ਹੋਈ ਹੈ ਜੀ, ਬਿਲਕੁਲ। ਸਾਡੇ ਵੱਲੋਂ ਬਹੁਤ ਸਾਰੇ ਪ੍ਰਸਤਾਵ ਵੀ ਦਿੱਤੇ ਗਏ, ਕਈ ਅਮੈਂਡਮੈਂਟਸ ਦੀ ਵੀ ਗੱਲ ਕੀਤੀ ਗਈ। ਇੱਥੋਂ ਤੱਕ ਹੈ ਕਿ ਜੋ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਉਹਨਾਂ ਨੇ ਖੁਦ ਆਪਣੇ ਮੂੰਹੀ ਇਹ ਗੱਲ ਕਹੀ ਵੀ ਸਾਨੂੰ ਜੋ ਭਾਜਪਾ ਦੇ ਅੰਦਰ ਮੀਟਿੰਗ ਦੇ ਵਿੱਚ ਸਾਡੇ ਮੰਤਰੀ ਬੈਠੇ ਸੀ ਜਾਂ ਸਾਡੇ ਜੋ ਆਫੀਸਰ ਬੈਠੇ ਸੀ ਵੀ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਸਾਨੂੰ ਖਾਲੀ ਡੱਬਾ ਦੇ ਦਿਓ। ਇਹ ਆਪ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਹੈ। ਫਿਰ ਵਿਰੋਧ ਕਿੱਥੇ ਆ? ਖਾਲੀ ਡੱਬਾ ਬੀਜੇਪੀ ਨੂੰ ਰੱਖਣ 'ਚ ਵੀ ਕੀ ਹਰਜ ਤੀ? ਚਲੋ ਜੇ ਗੱਲ ਨਿਮੇੜਨੀ ਹੋਵੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੱਲ ਨਿਮੇੜ ਲੈਣੀ ਚਾਹੀਦੀ ਹੈ, ਇੰਨਾ ਲੰਮਾ ਅੰਦੋਲਨ ਨਹੀਂ ਚੱਲਦਾ, ਕਿਉਂਕਿ ਕਾਫੀ ਕਿਸਾਨਾਂ ਦੇ ਸਹਾਇਤਾ ਹੋਈਆਂ ਨੇ। ਤੁਹਾਡੇ ਭਾਜਪਾ ਲੀਡਰ ਤਾਂ ਇੱਥੋਂ ਤੱਕ ਕਹਿ ਰਹੇ ਸੀ ਕਿ ਉਹ ਕੋਈ ਸ਼ਹੀਦ ਨਹੀਂ ਹੈਗੇ, ਉੱਥੇ ਕੋਈ ਸ਼ਹੀਦ ਨਹੀਂ ਹੁੰਦਾ, ਅਸੀਂ ਇਸ ਤਰ੍ਹਾਂ ਨਹੀਂ ਹੁੰਦੇ। ਤੁਹਾਨੂੰ ਲੱਗਦਾ ਕਿ ਤੁਹਾਡੇ ਲੀਡਰਾਂ ਦੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਤੁਹਾਡੇ ਵਿਰੋਧ ਦਾ ਜਿਹੜਾ ਕਾਰਨ ਬਣਾ ਰਹੀ ਹੈ? ਨਹੀਂ, ਦੇਖੋ ਜਿਨ੍ਹਾਂ ਦੀ ਵੀ ਉੱਥੇ ਮੌਤ ਹੋਈ ਹੈ, ਮੈਂ ਸਮਝਦਾ ਵੀ ਉਹ ਗਲਤ ਹੋਇਆ, ਜਾਂ ਉਹਨਾਂ ਨੂੰ ਆਪਾਂ ਸ਼ਹੀਦ ਵੀ ਕਹਿ ਸਕਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਉਹ ਉੱਥੇ ਗਏ ਤਾਂ ਉਹਨਾਂ ਦੀ ਮੌਤ ਹੋਈ, ਮੈਂ ਸਮਝਦਾ ਵੀ ਗਲਤ ਹੈ। ਪਰ ਉਹਦਾ ਦੋਸ਼ੀ ਕੌਣ ਹੈ, ਇਹ ਆਪਾਂ ਨੂੰ ਸੋਚਣ ਦਾ ਵਿਸ਼ਾ ਵੀ ਉਹਦਾ ਦੋਸ਼ੀ ਕੌਣ ਹੈ। ਤੇ ਦੂਸਰੀ ਗੱਲ ਇਹ ਹੈ ਕਿ ਕਦੇ ਵੀ ਜੋ ਭਾਰਤੀ ਜਨਤਾ ਪਾਰਟੀ ਹੈ ਉਹ ਕਿਸਾਨ ਦੇ ਵਿਰੋਧੀ ਨਹੀਂ ਹੈ ਤੇ ਹਮੇਸ਼ਾ ਹੀ ਕਿਸਾਨ ਦਾ ਪੱਖ ਲੈਂਦੀ ਰਹੀ ਹੈ। ਚਾਹੇ ਤੁਸੀਂ ਇਹ ਗੱਲ ਕਹੀ ਵੀ ਹਾਂ ਖਾਲੀ ਡੱਬੇ ਵਾਲੀ ਗੱਲ, ਫਿਰ ਜੇ ਸਾਰਾ ਕੁਛ ਹੀ ਚੇਂਜ ਹੋ ਗਿਆ, ਮੰਨ ਲੈਂਦੇ ਆਪਾਂ ਇੱਕ ਵਾਰ ਸਾਰਾ ਕੁਛ ਹੀ ਚੇਂਜ ਕਰਨ ਨੂੰ ਮੰਨ ਗਏ, ਫਿਰ ਉਹ ਜਿਹੜਾ ਆਹ ਰੌਲਾ ਪਾਉਣਾ ਇਹ ਤਾਂ ਰਾਜਨੀਤੀ ਹੈ ਜੀ। ਦੇਖੋ ਕਿਤੇ ਨਾ ਕਿਤੇ ਕਾਂਗਰਸ ਦੇ ਵੱਲੋਂ ਜਾਂ ਹੋਰ ਪਾਰਟੀਆਂ ਵੱਲੋਂ ਇਸ ਗੱਲ ਦਾ ਡਰ ਹੈ ਕਿ ਭਾਰਤ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਭਾਰਤੀ ਜਨਤਾ ਪਾਰਟੀ ਅੱਗੇ ਆ ਰਹੀ ਹੈ। ਜੋ ਭਾਰਤੀ ਜਨਤਾ ਪਾਰਟੀ ਤੋਂ ਪਿਛਲੇ 5 ਸਾਲਾਂ ਦੇ ਵਿੱਚ ਕੰਮ ਕੀਤੇ ਗਏ, ਤਾਂ ਹੀ ਲੋਕਾਂ ਨੇ ਐਡਾ ਜਨਮਤ ਦਿੱਤਾ ਨਾ, ਤਾਂ ਹੀ ਪਿਛਲੀ ਵਾਰ ਨਾਲੋਂ ਵੀ ਵੱਧ ਸਾਡੇ ਕੋਲ ਸੀਟਾਂ ਆਈਆਂ ਨਾ। ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਡਰ ਦਾ ਆਭਾਸ ਹੋ ਰਿਹਾ, ਤਾਂ ਕਰਕੇ ਉਹ ਕਾਨੂੰਨ ਵਾਪਸੀ ਲੈਣ ਦੀ ਗੱਲ ਕਰ ਰਹੇ ਹੈ, ਜਿਹਦੇ ਨਾਲ ਹੋਰ ਵੀ ਜੋ ਦੇਸ਼ ਹਿੱਤ ਦੇ ਵਿੱਚ ਕਾਨੂੰਨ ਆਏ ਹੋਏ ਨੇ ਉਹਨਾਂ ਨੂੰ ਹੌਲੀ-ਹੌਲੀ ਦੇਸ਼ ਵਿਰੋਧੀ ਤਾਕਤਾਂ ਨੂੰ ਉਹ ਹਵਾ ਦੇ ਰਹੇ। ਰਣਦੀਪ ਜੀ, ਮੈਂ ਉਹੀ ਗੱਲ ਕਰ ਰਿਹਾ ਸੀ, ਜਿਵੇਂ ਤੁਸੀਂ ਕਹਿ ਰਹੇ ਹੋ, ਤੁਸੀਂ ਵੀ ਕਿਹਾ ਵੀ ਠੀਕ ਹੈ ਉੱਥੇ ਜਿਹੜੇ ਅੰਦੋਲਨ ਦੇ ਵਿੱਚ ਕਿਸਾਨ ਉਹਨਾਂ ਦੀ ਜਾਨ ਗਈ ਆ, ਉਹ ਕਿਸੇ ਨਾ ਕਿਸੇ ਕਾਰਨ ਕਰ ਗਈ, ਪਰ ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਭਾਜਪਾ ਦੇ ਵੱਡੇ ਜਿਹੜੇ ਨੇਤਾ ਨੇ ਉਹ ਤੁਹਾਨੂੰ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਗਏ, ਜਾਂ ਫਿਰ ਕੁਝ ਇਸ ਤਰ੍ਹਾਂ ਹਜੇ ਵੀ ਤੁਹਾਡੇ ਸਰਕਾਰ ਦੇ ਖਿਲਾਫ ਹੀ ਆਵਾਜ਼ ਉਠਾ ਰਹੇ ਨੇ, ਕਹਿ ਰਹੇ ਨੇ ਕਿ ਕਿਸਾਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਆ, ਵੱਡੇ ਲੈਵਲ 'ਤੇ ਹੋਣੀ ਚਾਹੀਦੀ ਆ? ਤਾਂ ਤੁਹਾਨੂੰ ਨੁਕਸਾਨ, ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਜਿਹੜੇ ਲੀਡਰ ਬਿਆਨ ਦੇ ਰਹੇ ਨੇ, ਭਾਵੇਂ ਹਰਜੀਤ ਗਰੇਵਾਲ ਹੋਣ, ਭਾਵੇਂ ਕੁਝ ਹੋਰ ਨੇਤਾ ਹੋਣ, ਜਿਹੜੇ ਕਿ ਅਕਸਰ ਹੀ TV ਡਿਬੇਟਾਂ ਦੇ ਉੱਪਰ ਆ ਕੇ ਉਹ ਬੋਲਦੇ ਨੇ, ਜਿਨ੍ਹਾਂ ਦੇ ਇੱਕ ਬਿਆਨ ਤੋਂ ਬਾਅਦ ਕਿਸਾਨ ਭੜਕ ਜਾਂਦੇ ਨੇ, ਕਿਸਾਨ ਕਈ ਤਰ੍ਹਾਂ ਦੀ ਜਿਹੜੀ ਟਿੱਪਣੀਆਂ ਕਰਦੇ ਨੇ, ਤੁਸੀਂ ਨਹੀਂ ਦੇ ਰਹੇ, ਪਰ ਲੇਕਿਨ ਘਰਾਂ 'ਚੋਂ ਬਾਹਰ ਨਿਕਲਣ ਦਾ ਤੁਹਾਡਾ ਵੀ ਮੁਸ਼ਕਿਲ ਹੋਇਆ ਪਿਆ। ਤੁਸੀਂ ਕਾਰਨ ਮੰਨਦੇ ਹੋ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਨਹੀਂ ਚਾਹੀਦੀ, ਜ਼ਰੂਰੀ ਨਹੀਂ? ਦੇਖੋ ਕਿਸੇ ਨੂੰ ਵੀ ਕੋਈ ਗਲਤ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਜੋ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਆਮ ਪਿੰਡਾਂ ਦੇ ਸਾਡੇ ਲੋਕ ਨੇ ਜਿਹੜੇ ਉੱਥੇ ਬੈਠੇ ਆ, ਉਹਨਾਂ ਨੂੰ ਬਿਠਾਇਆ ਕਿਹਨੇ ਆ ਜਾਂ ਕੌਣ ਰਾਜਨੀਤੀ ਉਹਨਾਂ ਦੇ ਉੱਪਰ ਕਰ ਰਿਹਾ, ਇਹ ਡਿਫਰੈਂਟ ਮੈਟਰ ਹੈ। ਪਰ ਉੱਥੇ ਬੈਠੇ ਆ ਸਾਡੇ, ਮੈਂ ਆਪ ਮੰਨਦਾ ਵੀ ਸਾਡੇ ਜੋ ਪਿੰਡਾਂ ਦੇ ਮੁੰਡੇ ਆ ਜਾਂ ਪਿੰਡਾਂ ਦੇ ਬਜ਼ੁਰਗ ਬੰਦੇ ਹੁਣ ਜ਼ਿਆਦਾ ਉੱਥੇ ਬੈਠੇ ਆ, ਉਹ ਬੈਠੇ ਆ ਉੱਥੇ, ਕੋਈ ਉਹ ਕਿਸੇ ਬਹਿਕਾਵੇ ਦੇ ਵਿੱਚ ਆ ਕੇ ਬੈਠੇ ਹੋ ਸਕਦੇ ਆ, ਕੋਈ ਜਥੇਬੰਦੀਆਂ ਦਾ ਆਪਦਾ ਨਿੱਜੀ ਹਿੱਤ ਹੋ ਸਕਦਾ ਜਾਂ ਨਿੱਜੀ ਲਾਲਚ ਹੋ ਸਕਦਾ। ਦੂਜਾ ਕਿਹਾ ਤੁਸੀਂ ਪਾਰਟੀਆਂ ਛੱਡ ਕੇ ਜਾ ਰਹੇ ਆ, ਅੱਜ ਉਹਨਾਂ ਨੂੰ ਲੱਗਦਾ ਵੀ ਹਾਂ ਸ਼ਾਇਦ ਸਾਡਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਤੇ ਕੋਈ ਸਾਡਾ ਹੁਣ ਸਾਨੂੰ ਕੋਈ ਹਿੱਤ ਦੇ ਵਿੱਚ ਨਹੀਂ ਰਿਹਾ ਜਾਂ ਕੋਈ ਹੋਰ ਨਹੀਂ ਰਿਹਾ। ਕਈ ਐਸੇ ਆਗੂ ਵੀ ਨੇ ਜਿਨ੍ਹਾਂ ਨਾਲ ਬਹੁਤ ਵੱਡੇ ਧੱਕੇ ਕਰੇ ਗਏ, ਅਕਾਲੀ ਦਲ ਵੱਲੋਂ ਧੱਕਾ ਕੀਤਾ ਗਿਆ, ਅੱਜ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ। ਉਸ ਟਾਈਮ 'ਤੇ ਕਿਉਂ ਨਹੀਂ ਛੱਡਿਆ ਜਦੋਂ ਅਕਾਲੀ ਦਲ ਉਹਨਾਂ ਨਾਲ ਧੱਕਾ ਕਰਦਾ ਸੀ? ਅੱਜ ਉਹਨਾਂ ਨੂੰ ਕਿਤੇ ਨਾ ਕਿਤੇ ਆਪਦਾ ਨਿੱਜੀ ਸਵਾਰਥ ਦਿਖ ਰਿਹਾ, ਇਸ ਕਰਕੇ ਉਹ ਪਾਰਟੀ ਨੂੰ ਛੱਡ ਕੇ ਜਾ ਰਹੇ। ਅਤੇ ਜਿਵੇਂ ਅਗਰ ਤੁਸੀਂ ਇਹ ਗੱਲ ਵੀ ਕੀਤੀ ਹੈ, ਕਿਉਂਕਿ ਕਈ ਨੇਤਾ ਸੀ ਜਿਹੜੇ ਉਹਨਾਂ ਦਾ ਇਸ ਤਰ੍ਹਾਂ ਦਾ ਬਿਆਨ ਉਹਨੇ ਕਹਿ ਰਹੇ ਸੀ, ਅੰਦੋਲਨ ਦੇ ਵਿੱਚੋਂ ਚੱਲਦੇ ਹੋਏ ਸਾਡੀ ਗੱਲਬਾਤ ਨਹੀਂ ਸੁਣ ਰਹੀ, ਸਾਡੀ ਪਾਰਟੀ ਸਾਡਾ ਨੁਕਸਾਨ ਕਰ ਰਹੀ ਹੈਗੀ,
ਪਰ ਕਿਤੇ ਨਾ ਕਿਤੇ ਤੁਸੀਂ ਕਿਸਾਨ ਹੋ, ਤੁਸੀਂ ਕਿਸਾਨੀ ਨਾਲ ਜੁੜੇ ਹੋਏ ਹੋ, ਕਦੇ ਤੁਸੀਂ ਵੀ ਬਹਿ ਕੇ ਸੋਚਿਆ ਹੋਵੇਗਾ ਕਿ ਤੁਹਾਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਗਾ ਕਿ ਵਾਕਈ ਕਾਨੂੰਨ ਸਹੀ ਨੇ? ਜਿਵੇਂ ਤੁਸੀਂ ਕਹਿੰਦਾ ਬਹਿਕਾਵੇ ਦੇ ਵਿੱਚ ਆ ਕੇ ਗਏ ਨੇ, ਤਾਂ ਇੰਨੇ ਲੋਕ ਕਿਸ ਤਰ੍ਹਾਂ ਬਹਿਕਾਵੇ ਦੇ ਵਿੱਚ ਆ ਸਕਦੇ ਨੇ? ਯੂਪੀ ਦੇ ਵਿੱਚ ਮਹਾ ਰੈਲੀ ਹੁੰਦੀ ਆ, ਉੱਥੇ ਲੱਖਾਂ ਦਾ ਇਕੱਠ ਹੋ ਜਾਂਦਾ ਹੈਗਾ। ਹਰਿਆਣਾ ਦੇ ਵਿੱਚ ਹੁਣ ਫਿਰ ਲਗਾਤਾਰ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਕਿ ਕੁਝ ਲੋਕ ਵੀ ਸਮਝਦਾਰ ਨਹੀਂ ਹੈਗੇ ਜਿਹੜੇ ਕਿ ਸਵਾਲ ਕਰ ਸਕਦੇ ਹੋਣ ਜਾਂ ਕਿਸਾਨ ਲੀਡਰਾਂ ਨੂੰ ਕਰ ਸਕਦੇ ਉਹਨੂੰ। ਅੱਜ ਵੀ ਜਿਹੜੀ ਚੰਡੀਗੜ੍ਹ ਦੇ ਵਿੱਚ ਕਹਿ ਸਕਦੇ ਹਾਂ ਕਿਸਾਨਾਂ ਦੀ ਮੀਟਿੰਗ ਹੋਈ ਆ, ਰਾਜਨੀਤਿਕ ਪਾਰਟੀਆਂ ਨਾਲ ਹੋਈ ਆ, ਉੱਥੇ ਵੀ ਉਹੀ ਗੱਲ ਕਹਿ ਰਹੇ ਨੇ ਕਿ ਰੋਕਿਆ ਜਾਵੇ ਅਜੇ ਕੁਝ ਸਮੇਂ ਲਈ, ਜਦੋਂ ਤੱਕ ਅੰਦੋਲਨ ਜਿੱਤਿਆ ਨਹੀਂ ਜਾਂਦਾ। ਦੇਖੋ, ਮੈਂ ਕੋਈ ਗੱਲ ਕਹੂੰਗਾ ਤੁਹਾਨੂੰ ਕਿ ਜੇ ਇਹਨਾਂ ਨੂੰ ਜਥੇਬੰਦੀਆਂ ਨੂੰ ਇਹ ਗੱਲ ਲੱਗਦੀ ਹੈ ਨਾ ਕਿ ਸਾਡੇ ਨਾਲ ਜਨ ਸਮਰਥਨ ਬਹੁਤ ਜ਼ਿਆਦਾ ਹੈ ਜਾਂ ਸਾਡੇ ਨਾਲ ਪੂਰੇ ਭਾਰਤ ਦੇ ਲੋਕ ਜੁੜੇ ਹੋਏ ਨੇ, ਤਾਂ ਇੱਕ ਗੱਲ ਸਾਫ਼ ਸਪਸ਼ਟ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਹ ਕਾਨੂੰਨ 1.5 ਸਾਲ ਵਾਸਤੇ ਸਸਪੈਂਡ ਕਰ ਦਿੰਦੇ ਆ ਜਾਂ ਰੋਕ ਲਾ ਦਿੰਦੇ ਆ ਉਹਨਾਂ ਉੱਤੇ, ਤੇ 3 ਸਾਲ ਵਾਸਤੇ ਰੋਕ ਲਗਵਾ ਦਿੰਦੇ ਆ। ਅਸੀਂ ਆਪਦੀ ਪਾਰਟੀ ਨੂੰ ਜਾ ਕੇ ਬੇਨਤੀ ਕਰ ਲੈਂਦੇ ਆ, 3 ਸਾਲ ਬਾਅਦ ਤਾਂ ਇਲੈਕਸ਼ਨ ਆ ਜਾਣੀ ਹੈ ਨਾ। ਜੇ ਲੋਕਾਂ ਦੇ ਵਿੱਚ ਇੰਨਾ ਰੋਸ ਹੈ ਤਾਂ ਯਾਰ ਤੁਹਾਨੂੰ ਕਿਸੇ ਦੇ ਪ੍ਰੋਗਰਾਮ ਰੋਕਣ ਦੀ ਕੀ ਲੋੜ ਹੈ? ਤੁਸੀਂ ਆਪਣੀ ਗੱਲ ਰੱਖੋ। 3 ਸਾਲ ਬਾਅਦ ਇਲੈਕਸ਼ਨ ਆ ਜਾਣਾ, 2024 ਦੇ ਵਿੱਚ ਆ ਜਾਣਾ, ਤੁਸੀਂ ਬਦਲ ਲਓ ਸਰਕਾਰ। ਅਸੀਂ ਆਪਣੀਆਂ ਗੱਲਾਂ ਰੱਖਾਂਗੇ, ਅਸੀਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਰੱਖਾਂਗੇ, ਅਸੀਂ ਬਿੱਲ ਬਾਰੇ ਦੱਸਾਂਗੇ, ਤੁਸੀਂ ਵੀ ਦੱਸੋ ਸਾਰਾ ਕੁਝ। 2024 ਦੇ ਵਿੱਚ ਇਲੈਕਸ਼ਨ ਆ ਜਾਣੇ ਤਾਂ ਸਰਕਾਰ ਬਦਲ ਲਓ। ਕਿਉਂ ਲੋਕਾਂ ਦੇ ਮੁੰਡੇ ਮਰਵਾ ਰਹੇ ਹੋ? ਕਿਉਂ 600 ਪੁੱਤ ਕਿਸੇ ਦੇ ਘਰ ਦੇ ਵਿੱਚ 70 ਵਿਛਵਾਤੇ ਤੁਸੀਂ? ਕਿਉਂ 600 ਪੁੱਤ ਮਰਵਾਤਾ ਕਿਸੇ ਦਾ? ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ? ਉੱਥੇ ਜਾ ਕੇ ਗੱਲ ਕਰਨਗੇ ਤਾਂ ਹੀ। ਜਿਹੜੀ ਆਪਾਂ ਗੱਲ ਮੇਨ ਮੁੱਦੇ ਤੇ ਗੱਲ ਕਰ ਰਹੇ ਹਾਂ ਉਹ ਇਹੀ ਕਰ ਰਹੇ ਹਾਂ ਵੀ ਜਦੋਂ ਕੋਈ ਬੈਠ ਕੇ ਗੱਲ ਹੋਊਗੀ ਤਾਂ ਉਹਦਾ ਮਸਲੇ ਦਾ ਹੱਲ ਨਿਕਲੂਗਾ। ਜਿਹੜੀਆਂ ਆਮ ਜੱਟਾਂ ਦੇ ਮੁੰਡਿਆਂ ਦੀਆਂ ਜਾਨਾਂ ਜਾ ਰਹੀਆਂ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਕਰਦੇ ਆ, ਤੇ ਜੋ ਬਚਾਉਣ ਦੀ ਗੱਲ ਕਰਨੀ ਹੈ ਤਾਂ ਮੀਟਿੰਗ ਤੇ ਬੈਠ ਕੇ ਕੋਈ ਨਾ ਕੋਈ ਹੱਲ ਹੋ ਸਕਦਾ। ਪਰ ਆਖਰ ਦੇ ਵਿੱਚ ਜਿਹੜੀ ਅੱਜ ਮੀਟਿੰਗ ਹੋਈ ਆ ਉੱਥੇ ਸ਼ੁਰੂ 'ਚ ਵੀ ਆਪਾਂ ਇਹ ਗੱਲ ਕਰੀ ਸੀ ਕਿ ਭਾਜਪਾ ਨੂੰ ਬੁਲਾਇਆ ਨਹੀਂ ਗਿਆ, ਤਾਂ ਕੀ ਮੰਨਦੀ ਹੈ ਭਾਜਪਾ, ਕਿਸ ਤਰ੍ਹਾਂ ਸੋਚਦੀ ਹੈ? ਕਿਉਂਕਿ ਕਿਸਾਨ ਜਥੇਬੰਦੀਆਂ ਨੇ ਦੂਸਰੀ ਸਾਰੀਆਂ ਪਾਰਟੀਆਂ ਦੇ ਨਾਲ ਮੀਟਿੰਗ ਕਰੀ, ਸਾਰੀ ਪਾਰਟੀਆਂ ਨੇ ਕਈ ਪਾਰਟੀਆਂ ਦਾ ਸੁਝਾਅ ਇੱਥੋਂ ਤੱਕ ਦਿੱਤੇ। ਉਹਨਾਂ ਨੇ ਕਿਹਾ ਕਿ ਜਿਹੜਾ ਦਿੱਲੀ ਦੇ ਵਿੱਚ ਅੰਦੋਲਨ ਚੱਲਦਾ ਹੈ, ਅਗਰ ਕਿਸਾਨ ਸਾਨੂੰ ਉਹ ਸਾਰੀਆਂ ਪਾਰਟੀਆਂ ਨੂੰ ਉਹ ਇੱਕ ਕਰਕੇ ਦਿਨ ਦੇ ਦੇਣ ਕਿ 2 ਦਿਨ ਫਲਾਣੀ ਪਾਰਟੀ ਉੱਥੇ ਜਾ ਕੇ ਅੰਦੋਲਨ ਦੇ ਵਿੱਚ ਇੱਕ ਸਾਈਡ ਦੇ ਉੱਪਰ ਅੰਦੋਲਨ ਚਲਾਵੇ ਜਾਂ ਆਪਣਾ ਹਿੱਸੇਦਾਰੀ ਪਾਵੇ। ਪਰ ਕਿਸਾਨ ਕਹਿ ਰਹੇ ਨੇ ਕਿ ਉਹ ਪਾਰਲੀਮੈਂਟ ਦੇ ਬਾਹਰ ਬਹਿ ਕੇ ਜਿਹੜੇ MP ਨੇ ਜਾਂ ਵਿਧਾਇਕ ਨੇ ਉਹ ਆਪਣੇ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਦਬਾਅ ਬਣਾਉਣ। ਨਹੀਂ, ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਅੰਦੋਲਨ ਖਤਮ ਹੋ ਜਾਣਾ ਚਾਹੀਦਾ ਹੈ? ਜਿਹੜੇ ਆਪਣੇ ਪਰਿਵਾਰਾਂ ਦੇ ਲੋਕ ਉੱਥੇ ਬੈਠੇ ਉਹ ਵਾਪਸ ਆ ਜਾਣੇ ਚਾਹੀਦੇ ਆ। ਆਪਾਂ ਉਹ ਗੱਲ ਕਿਉਂ ਨਹੀਂ ਸੋਚਦੇ? ਆਪਾਂ ਇਹ ਕੋ ਕਹਿੰਦੇ ਵੀ ਤੂੰ ਉੱਥੇ ਜਾ ਕੇ ਬੈਠ, ਤੂੰ ਉੱਥੇ ਜਾ ਕੇ ਬੈਠ। ਜੇ ਤੁਸੀਂ ਅੱਜ ਜਾ ਕੇ ਕੇਂਦਰ ਸਰਕਾਰ ਜਿਹੜੇ ਪ੍ਰਸਤਾਵ ਭੇਜ ਰਹੀ ਹੈ, ਤੁਸੀਂ ਜਾ ਕੇ ਕੋਈ ਗੱਲਬਾਤ ਕਰਦੇ ਹੋ, ਜੇ ਮਸਲਾ ਹੀ ਨਿਬੜ ਜਾਂਦਾ ਫਿਰ ਆਪਾਂ ਨੂੰ ਪਾਰਲੀਮੈਂਟ ਦੇ ਬਾਹਰ ਬੈਠਣ ਦੀ ਕੀ ਲੋੜ ਹੈ? ਆਪਾਂ ਨੂੰ ਸੜਕਾਂ 'ਤੇ ਘਰੋਂ ਦੂਰ ਜਾ ਕੇ 6-6 ਮਹੀਨੇ 8-8 ਮਹੀਨੇ ਲਾਉਣ ਦੀ ਕੀ ਲੋੜ ਹੈ? ਇਹ ਮਸਲੇ ਨੂੰ ਨਿਬੇੜਨਾ ਚਾਹੀਦਾ, ਇਹ ਮਸਲੇ ਨੂੰ ਹੱਲ ਕਰਾਉਣਾ ਚਾਹੀਦਾ। ਕਿਉਂ ਤੁਸੀਂ ਲੋਕਾਂ ਦੇ ਪੁੱਤ ਮਰਵਾ ਰਹੇ ਹੋ? ਇਹ ਮਸਲੇ ਨੂੰ ਬੈਠ ਕੇ ਜਿਹੜੀ ਪਾਰਟੀ ਦੇ ਨਾਲ ਬੈਠ ਕੇ ਗੱਲ ਹੋਣੀ ਹੈ ਤੁਸੀਂ ਉਹਨੂੰ ਹੀ ਯਾਰ ਬੁਲਾਉਂਦੇ ਨਹੀਂ। ਜਿਹਨੇ ਮਸਲਾ ਹੱਲ ਹੋਣਾ ਜਿਹਦੇ ਨਾਲ ਬੈਠ ਕੇ, ਉਹ ਤੁਹਾਨੂੰ ਆਪ ਬੁਲਾ ਰਹੇ ਹੈ ਤੇ ਤੁਸੀਂ ਦੂਸਰੀਆਂ ਪਾਰਟੀਆਂ ਨੂੰ ਬੁਲਾ ਰਹੇ ਹੋ। ਇਹ ਕੀ ਰਾਜਨੀਤੀ ਹੋ ਰਹੀ ਹੈ? ਮੈਂ ਸਮਝਦਾ ਵੀ ਇਹ ਕਿਤੇ ਹੋਰ ਰਾਹ ਇਹ ਲੈ ਕੇ ਜਾਣਾ ਚਾਹੁੰਦੇ ਆ, ਜੋ ਰਾਹ ਠੀਕ ਨਹੀਂ ਹੈਗਾ। ਪੰਜਾਬੀ ਇਸ ਗੱਲ ਨੂੰ ਸਮਝ ਜਾਣਗੇ। ਕਈ ਜਥੇਬੰਦੀਆਂ ਦੇ ਆਗੂਆਂ ਬਾਰੇ ਲੋਕ ਸਮਝ ਚੁੱਕੇ ਆ, ਹੌਲੀ ਹੌਲੀ ਹੋਰਾਂ ਨੂੰ ਵੀ ਸਮਝ ਆ।